श्री अकाल एबीपी ਸਾਂਝਾ ਤੇ ਪ੍ਰੋਗਰਾਮ ਕੈਨੇਡਾ ਕਨੈਕਸ਼ਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਅਨਿਧੀ ਭਾਰਤੀ। ਸ਼ੁਰੂਆਤ ਕਰਨ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਹੈਡਲਾਈਨਸ ਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰਿਫਿਊਜੀ ਅਤੇ ਇਮੀਗ੍ਰੇਸ਼ਨ ਮਾਮਲੇ ਲਈ 26.8 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਐਲਾਨੀ ਗਈ। ਡਗਫੋਰਡ ਸਰਕਾਰ ਵੱਲੋਂ ਬਜਟ ਵਿੱਚ ਲਗਾਏ ਗਏ ਸਨ ਕੱਟਸ। ਮੈਨੀਟੋਬਾ ਪ੍ਰੋਵਿੰਸ਼ੀਅਲ ਚੋਣਾਂ ਲਈ ਪ੍ਰਚਾਰ ਸੋਮਵਾਰ ਨੂੰ ਅਧਿਕਾਰਤ ਤੌਰ ਤੇ ਹੋਇਆ ਸ਼ੁਰੂ। ਸਾਰੀ ਸਿਆਸੀ ਧਿਰਾਂ ਵੱਲੋਂ ਆਪਣਾ ਚੋਣ ਮੁੱਦਾ ਲੋਕਾਂ ਨਾਲ ਕੀਤਾ ਗਿਆ ਸਾਂਝਾ। ਇਟੋਬੀਕੋ ਨਾਰਥ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ। ਸਮਰਥਕਾਂ ਨੇ ਪਾਰਟੀ ਦੀ ਜਿੱਤ ਨੂੰ ਦੱਸਿਆ ਯਕੀਨੀ। ਬ੍ਰਾਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਸੋਨੀਆ ਸਿੱਧੂ ਵੱਲੋਂ ਓਪਨ ਹਾਊਸ ਗਿਆ ਕਰਵਾਇਆ। ਫੈਡਰਲ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾ ਮੰਗੀਆਂ ਵੋਟਾਂ। ਕੰਜ਼ਰਵੇਟਿਵ ਪਾਰਟੀ ਦੀ ਐਮਪੀਪੀ ਨੀਨਾ ਟਾਂਗਰੀ ਵੱਲੋਂ ਬਾਰਬੀਕਿਊ ਦਾ ਆਯੋਜਨ। ਸੈਂਕੜੇ ਸਮਰਥਕਾਂ ਤੋਂ ਇਲਾਵਾ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੀ ਪਹੁੰਚੇ। ਬ੍ਰਾਂਪਟਨ ਵੂਮਨ ਸੀਨੀਅਰਸ ਕਲੱਬ ਵੱਲੋਂ ਕਰਵਾਇਆ ਗਿਆ ਤੀਆਂ ਦਾ ਮੇਲਾ। ਸੱਚ-ਤੱਚ ਕੇ ਪਹੁੰਚੀਆਂ ਮੁਟਿਆਰਾਂ। ਡੈਸਜਾਰਡਨਸ ਫਾਈਨੈਂਸ਼ੀਅਲ ਗਰੁੱਪ ਵੱਲੋਂ ਵਾਕ ਫॉर ਏ ਕਾਜ਼ 2019 ਦਾ ਆਯੋਜਨ। ਚੈਰਿਟੀ ਵਾਕ ਤੋਂ ਇਕੱਤਰ ਹੋਈ ਰਾਸ਼ੀ ਵਿਲੀਅਮ ਔਸਲਰ ਹਸਪਤਾਲ ਨੂੰ ਦਿੱਤੀ ਜਾਵੇਗੀ। ਅਤੇ ਸਰਗਰਮੀਆਂ ਨੂੰ ਵੇਖ ਲੈਂਦੇ ਹਾਂ ਵਿਸਥਾਰ ਦੇ ਵਿੱਚ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰਿਫਿਊਜੀ ਅਤੇ ਇਮੀਗ੍ਰੇਸ਼ਨ ਮਾਮਲਿਆਂ ਦੇ ਲਈ 26.8 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਐਲਾਨੀ ਗਈ। ਉਹਨਾਂ ਡਗਫੋਰਡ ਸਰਕਾਰ ਵੱਲੋਂ ਬਜਟ ਵਿੱਚ ਲਗਾਏ ਕੱਟਸ ਨੂੰ ਗਲਤ ਕਰਾਰ ਦਿੱਤਾ। ਦੂਜੇ ਪਾਸੇ ਓਨਟਾਰੀਓ ਦੇ ਅਟਾਰਨੀ ਜਨਰਲ ਵੱਲੋਂ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰਿਫਿਊਜੀ ਅਤੇ ਇਮੀਗ੍ਰੇਸ਼ਨ ਮਾਮਲਿਆਂ ਵਾਸਤੇ ਕਾਨੂੰਨੀ ਸਹਾਇਤਾ ਦੇਣ ਲਈ 26.8 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਇਸ ਨਿਵੇਸ਼ ਦਾ ਇੱਕੋ ਮਕਸਦ ਹੈ ਕਿ ਇਸ ਸਾਲ ਓਨਟਾਰੀਓ ਵਿੱਚ ਇਮੀਗ੍ਰੈਂਟਸ ਅਤੇ ਰਿਫਿਊਜੀਜ਼ ਨੂੰ ਕਾਨੂੰਨੀ ਸਹਾਇਤਾ ਸੰਬੰਧੀ ਸੇਵਾਵਾਂ ਮਿਲਦੀਆਂ ਰਹਿਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ਸੀ, ਪਰ ਡਗਫੋਰਡ ਸਰਕਾਰ ਵੱਲੋਂ ਇਸ ਤੇ ਕੱਟ ਲਗਾ ਦਿੱਤੇ ਗਏ ਹਨ। For many years, the government in Ontario was a strong and proud partner in making sure that our most vulnerable refugees had the basic services they need, particularly in terms of legal aid when they arrive in a situation that is fraught with challenges and indeed vulnerabilities. But the Ford government decided to step away from that. ਓਨਟਾਰੀਓ ਦੇ ਅਟਾਰਨੀ ਜਨਰਲ ਡਗ ਡਾਊਨੀ ਨੇ ਇਸ ਬਾਰੇ ਤਰਕ ਦਿੱਤਾ ਕਿ ਇਮੀਗ੍ਰੇਸ਼ਨ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ। ਉਹਨਾਂ ਇਸ ਲਈ ਸੁਪਰੀਮ ਕੋਰਟ ਦੇ ਫੈਸਲੇ ਦੀ ਉਦਾਹਰਣ ਵੀ ਦਿੱਤੀ ਤੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਦਿੱਤੀ ਸਹਾਇਤਾ ਰੈਗੂਲਰ ਪ੍ਰੋਗਰਾਮ ਨਹੀਂ ਹੈ ਅਤੇ ਸਹਾਇਤਾ ਇੱਕ ਵਾਰ ਹੀ ਦਿੱਤੀ ਗਈ ਹੈ। ਉਹਨਾਂ ਇਹ ਵੀ ਆਖਿਆ ਕਿ ਬਾਕੀ ਪ੍ਰੋਵਿੰਸਾਂ ਨੂੰ 90% ਫੰਡ ਹਾਸਲ ਹੁੰਦੇ ਹਨ ਔਰ ਓਨਟਾਰੀਓ ਨੂੰ ਮਹਿਜ਼ 35% ਫੰਡ ਮਿਲਦੇ ਹਨ। This one-time funding is troubling because it creates uncertainty and it's not stable, and it's unfortunate that it comes and had to wait several months and yet only a few months before an election. ਪ੍ਰੋਵਿੰਸ਼ੀਅਲ ਡਗਫੋਰਡ ਸਰਕਾਰ ਵੱਲੋਂ ਆਪਣੇ ਬਜਟ ਵਿੱਚ ਇਸ ਲੀਗਲ ਏਡ ਤੇ 30% ਤੱਕ ਕਟੌਤੀ ਕਰਨ ਦੀ ਗੱਲ ਆਖੀ ਗਈ ਸੀ। ਇਸ ਦੇ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਫੰਡਾਂ ਦਾ ਐਲਾਨ ਕੀਤਾ ਹੈ। ਮੈਨੀਟੋਬਾ ਪ੍ਰੋਵਿੰਸ਼ੀਅਲ ਚੋਣਾਂ ਦੇ ਲਈ ਪ੍ਰਚਾਰ ਸੋਮਵਾਰ ਨੂੰ ਅਧਿਕਾਰਿਤ ਤੌਰ ਤੇ ਸ਼ੁਰੂ ਹੋ ਗਿਆ। ਇਸ ਦੌਰਾਨ ਤਿੰਨੇ ਪ੍ਰਮੁੱਖ ਪਾਰਟੀਆਂ ਕੰਜ਼ਰਵੇਟਿਵ, ਲਿਬਰਲ ਅਤੇ ਐਨਡੀਪੀ ਵੱਲੋਂ ਚੋਣ ਏਜੰਡਾ ਸਭ ਦੇ ਨਾਲ ਸਾਂਝਾ ਕੀਤਾ ਗਿਆ। ਮੈਨੀਟੋਬਾ ਪ੍ਰੋਵਿੰਸ਼ੀਅਲ ਚੋਣਾਂ ਦੇ ਲਈ ਅਧਿਕਾਰਤ ਤੌਰ ਤੇ ਸੋਮਵਾਰ ਤੋਂ ਪ੍ਰਚਾਰ ਸ਼ੁਰੂ ਹੋ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬ੍ਰਾਇਨ ਪੈਲਿਸਟਰ ਲੈਫਟੀਨੈਂਟ ਗਵਰਨਰ ਦੇ ਨਾਲ ਮੁਲਾਕਾਤ ਕਰਕੇ 29 ਦਿਨ ਚੱਲਣ ਵਾਲੀ ਇਸ ਕੈਂਪੇਨ ਦੀ ਸ਼ੁਰੂਆਤ ਕੀਤੀ। ਪ੍ਰੋਵਿੰਸ ਦੀ ਨਵੀਂ ਸਰਕਾਰ ਚੁਣਨ ਲਈ ਵੋਟਾਂ 10 ਸਤੰਬਰ ਨੂੰ ਪੈਣਗੀਆਂ। ਕੰਜ਼ਰਵੇਟਿਵ ਪਾਰਟੀ ਵੱਲੋਂ ਆਪਣੀ ਚੋਣ ਮੁਹਿੰਮ ਵਿਸ਼ਵਾਸ ਅਤੇ ਟੈਕਸ ਘਟਾਉਣ ਦੇ ਮੁੱਦੇ ਤੇ ਲੜੀ ਜਾ ਰਹੀ ਹੈ। A guarantee for increasing important strategic healthcare investment. A guarantee for building new schools. A guarantee for creating even more jobs. A guarantee for a made in Manitoba green plan. ਮੌਜੂਦਾ ਸਮੇਂ ਵਿੱਚ ਵਿਰੋਧੀ ਤੇ ਐਨਡੀਪੀ ਪਾਰਟੀ ਵੱਲੋਂ ਹੈਲਥ ਕੇਅਰ ਨੂੰ ਮੁੱਖ ਮੁੱਦੇ ਵਜੋਂ ਉਭਾਰਿਆ ਜਾ ਰਿਹਾ ਹੈ ਤੇ ਇਹ ਪਾਰਟੀ ਲੀਡਰ ਦੇ ਬਿਆਨ ਚੋਂ ਹੀ ਸਾਫ਼ ਝਲਕਿਆ। The reason why our team has put all those resources into place is because we understand how important this election campaign is to Manitobans. Manitobans deserve a real choice, a choice between a team that is going to cut healthcare like the Conservatives have, or a team that is going to be smart, strategic and compassionate about rebuilding healthcare like our team is. ਲਿਬਰਲ ਪਾਰਟੀ ਵੱਲੋਂ ਕਲਾਈਮੇਟ ਚੇਂਜ, ਆਮਦਨ ਵਿੱਚ ਅਸਮਾਨਤਾ ਤੋਂ ਇਲਾਵਾ ਹੋਰ ਕਈ ਮੁੱਦਿਆਂ ਨੂੰ ਆਧਾਰ ਬਣਾ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। And we have by far the boldest and most detailed climate change plan of any party that will make Manitoba carbon neutral by 2030 while growing the economy.
We have a plan to create jobs and build new Manitoba businesses by growing the private sector with the Manitoba Business Development Bank. We'll focus on quality education across the province to make sure that every child has the opportunity to reach their full potential. ਮੈਨੀਟੋਬਾ ਦੇ ਮੌਜੂਦਾ ਦ੍ਰਿਸ਼ ਦੀ ਗੱਲ ਕੀਤੀ ਜਾਵੇ ਤਾਂ ਕੰਜ਼ਰਵੇਟਿਵ ਪਾਰਟੀ ਕੋਲ 38 ਮੈਂਬਰ ਹਨ ਤੇ ਵਿਰੋਧੀ ਤੇ ਐਨਡੀਪੀ ਪਾਰਟੀ ਕੋਲ 12 ਮੈਂਬਰ ਹਨ। ਲਿਬਰਲ ਪਾਰਟੀ 4 ਮੈਂਬਰਾਂ ਦੇ ਨਾਲ ਤੀਜੇ ਨੰਬਰ ਤੇ ਹੈ। ਇਹਨਾਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਵੀ ਮੁਕਾਬਲਾ ਸਖਤ ਬਣਿਆ ਹੋਇਆ। ਸਾਊਥ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਸੋਨੀਆ ਸਿੱਧੂ ਵੱਲੋਂ ਓਪਨ ਹਾਊਸ ਲਗਾਇਆ ਗਿਆ ਜਿੱਥੇ ਲਿਬਰਲ ਸਰਕਾਰ ਦੀਆਂ ਪ੍ਰਾਪਤੀਆਂ ਸਭ ਨੂੰ ਦੱਸੀਆਂ ਗਈਆਂ ਤੇ ਆਸ ਪ੍ਰਗਟਾਈ ਗਈ ਕਿ ਵੋਟਰ 2019 ਦੀਆਂ ਫੈਡਰਲ ਚੋਣਾਂ ਵਿੱਚ ਵੀ ਉਹਨਾਂ ਦਾ ਸਾਥ ਦੇਣਗੇ। ਬ੍ਰੈਂਪਟਨ ਪੰਜਾਬੀਆਂ ਦਾ ਗੜ੍ਹ ਹੈ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਪੰਜਾਬੀ ਮੂਲ ਦੇ ਉਮੀਦਵਾਰ ਹੀ ਮੈਦਾਨ ਵਿੱਚ ਉਤਾਰੇ ਜਾਂਦੇ ਹਨ। ਇਹਨਾਂ ਵਿੱਚੋਂ ਹੀ ਇੱਕ ਦਾ ਨਾਂ ਹੈ ਬ੍ਰੈਂਪਟਨ ਸਾਊਥ ਤੋਂ ਐਮਪੀ ਅਤੇ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਦਾ ਜਿਨ੍ਹਾਂ ਵੱਲੋਂ ਓਪਨ ਹਾਊਸ ਲਗਾ ਕੇ ਆਪਣੀ ਚੋਣ ਮੁਹਿੰਮ ਪਖਾਈ ਗਈ। ਸਿੱਧੂ ਵੱਲੋਂ ਫੈਡਰਲ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾ ਕੇ ਸਭ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਬਿਲਕੁਲ ਜੀ, ਤੁਸੀਂ ਮੈਨੂੰ 2015 ਦੇ ਵਿੱਚ ਇੰਨਾ ਪਿਆਰ ਦੇ ਕੇ ਬ੍ਰੈਂਪਟਨ ਸਾਊਥ ਦਾ ਰਿਪਰੈਜ਼ੈਂਟੇਟਿਵ ਬਣਾਇਆ ਸੀ। ਸੋ ਅਸੀਂ ਬਹੁਤ ਮਿਹਨਤ ਨਾਲ ਕੰਮ ਕਰਕੇ ਜਿਹੜੇ ਸਾਡੇ ਰਿਜ਼ਲਟਸ ਹੈਗੇ ਆ, ਚਾਹੇ ਉਹ ਨੈਸ਼ਨਲੀ ਆ ਚਾਹੇ ਉਹ ਲੋਕਲੀ ਆ, ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗੇ ਆ। ਸੋ ਆਉਣ ਵਾਲੇ ਜਿਹੜੇ 2019 ਦੀ ਇਲੈਕਸ਼ਨਸ 'ਚ ਮੈਂ ਸਾਰਿਆਂ ਨੂੰ ਕਹਿੰਦੀ ਕਿ ਇਸੇ ਹੀ ਤਰ੍ਹਾਂ ਨਾਲ ਤੁਸੀਂ ਮੈਨੂੰ ਸਪੋਰਟ ਦੇ ਕੇ ਫਿਰ ਆਪਣੀ ਆਵਾਜ਼ ਬਣਾਓ। ਇਸ ਮੌਕੇ ਲਿਬਰਲ ਪਾਰਟੀ ਦੇ ਬਾਕੀ ਉਮੀਦਵਾਰ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਉਹ ਸੋਨੀਆ ਸਿੱਧੂ ਸਮੇਤ ਸਾਰੇ ਲਿਬਰਲ ਪਾਰਟੀ ਦੇ ਕੈਂਡੀਡੇਟਸ ਦਾ ਸਾਥ ਦੇਣ ਤਾਂ ਜੋ ਲਿਬਰਲ ਪਾਰਟੀ ਅੱਗੇ ਵੀ ਕੰਮ ਕਰਦੀ ਰਹੇ। I just want to wish her all the best and ਉਹ ਸਾਡੀ ਬਹੁਤ ਹੀ ਵੈਲਿਊਬਲ ਟੀਮ ਮੈਂਬਰ ਹੈਗੀ ਆ ਟੀਮ ਬ੍ਰੈਂਪਟਨ ਦੀ। ਅੱਜ ਜਿੰਨੇ ਵੀ ਸਪੋਰਟਰਸ ਉਹਨੂੰ ਸਪੋਰਟ ਕਰਨ ਆਏ ਹੈਗੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹੈਗੀ ਆ ਕਿਉਂਕਿ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਕੰਮ ਕਰ ਰਹੇ ਹੈਗੇ ਆ ਬ੍ਰੈਂਪਟਨ ਲਈ ਐਂਡ ਆਲਸੋ ਇਸ ਕੈਂਪੇਨ ਦੇ ਵਿੱਚ ਵੀ। ਤੁਸੀਂ ਦੇਖ ਰਹੇ ਹੋ ਸਾਡੀ ਜਿਹੜੀ ਕਿ ਲਿਬਰਲ ਟੀਮ ਹੈਗੀ ਆ ਉਹ ਹੋਰ ਵੱਧ ਰਹੀ ਹੈਗੀ ਆ। ਦਿਸ ਇਜ਼ ਟਰੂਲੀ ਗੋਜ਼ ਟੂ ਕਿ ਜਿਨ੍ਹਾਂ ਸਾਰਿਆਂ ਨੇ ਕੰਮ ਕੀਤਾ ਹੈਗਾ ਆਪਣੀ ਰਾਈਡਿੰਗ ਦੇ ਅੰਦਰ ਲੋਕਾਂ ਦੀ ਹੈਲਪ ਕੀਤੀ ਹੈਗੀ ਆ, ਕਮਿਊਨਿਟੀ ਨੂੰ ਆਪਾਂ ਦੇਖ ਸਕਦੇ ਆ। ਨਾਲ ਹੀ ਸਿਰਫ ਇੱਕ ਕਮਿਊਨਿਟੀ ਤੁਸੀਂ ਦੇਖ ਰਹੇ ਹੋ, ਹਰੇਕ ਕਮਿਊਨਿਟੀ ਦੇ ਬੰਦੇ ਇੱਥੇ ਹੈਗੇ ਆ ਐਂਡ ਇਟ ਜਸਟ ਗੋਜ਼ ਟੂ ਸ਼ੋ ਕਿਉਂਕਿ ਜਿਹੜੀ ਸਾਡੀ ਸਰਕਾਰ ਦੇ ਕੰਮ ਕੀਤੇ ਹੈਗੇ ਆ ਵੈਰਸ ਮਿਡਲ ਕਲਾਸ ਲਈ, ਬੱਚਿਆਂ ਲਈ, CCB ਕਰਕੇ ਸੀਨੀਅਰਸ ਲਈ, ਉਹ ਸਭ ਦੇ ਤੁਸੀਂ ਫਲ ਦੇਖ ਰਹੇ ਹੈਗੇ ਕਿ ਉਹਨੇ ਇੰਨੀ ਵੱਡੀ ਟੀਮ ਬਣਾਈ ਹੈਗੀ ਆ। ਇਮੀਗ੍ਰੇਸ਼ਨ 2019 ਦੀਆਂ ਫੈਡਰਲ ਚੋਣਾਂ ਵਿੱਚ ਖਾਸ ਮੁੱਦਾ ਹੈ। ਸੋਨੀਆ ਸਿੱਧੂ ਵੱਲੋਂ ਇਮੀਗ੍ਰੇਸ਼ਨ ਨੂੰ ਕੈਨੇਡਾ ਲਈ ਬੇਹੱਦ ਜ਼ਰੂਰੀ ਦੱਸਿਆ ਗਿਆ ਤੇ ਕਿਹਾ ਗਿਆ ਕਿ ਵਰਕਫੋਰਸ ਦੀ ਮੁਲਕ ਨੂੰ ਜ਼ਰੂਰਤ ਹੈ ਤੇ ਇਹ ਇਮੀਗ੍ਰੇਸ਼ਨ ਨਾਲ ਹੀ ਸੰਭਵ ਹੈ। ਸਾਨੂੰ ਯੂਥ ਚਾਹੀਦਾ ਹੈਗਾ। ਹੋਰ ਜੇ ਤੁਸੀਂ ਦੇਖੋ 18.5 ਮਿਲੀਅਨ ਜਿਹੜੇ ਹੈਗੇ ਆ ਏਜਿੰਗ ਜਿਹੜੇ ਹੋ ਰਹੇ ਆ ਨੈਕਸਟ 10 ਇਅਰਸ ਸਾਡੀ ਜਿਹੜੀ ਆ ਪਾਪੂਲੇਸ਼ਨ ਤੇ ਸਾਨੂੰ ਇਮੀਗ੍ਰੇਸ਼ਨ ਚਾਹੀਦੀ ਹੈਗੀ ਆ। ਸੋ ਜੇ ਅਸੀਂ ਇਸ ਰਫਤਾਰ ਨਾਲ ਜਿਵੇਂ ਇਮੀਗ੍ਰੇਸ਼ਨ ਆ ਤਕਰੀਬਨ 16.5 ਮਿਲੀਅਨ ਜਿਹੜੀ ਆ ਉਹ ਬਣਦੇ ਹੈਗੇ ਫਿਰ ਵੀ ਸਾਡੇ ਕੋਲ ਇੰਨਾ ਗੈਪ ਹੈਗਾ, ਉਹ ਅਸੀਂ ਕਿੱਥੋਂ ਗੈਪ ਪੂਰਾ ਕਰਨਾ ਹੈਗਾ। ਸੋ ਕੈਨੇਡਾ ਨੀਡ ਯੂਥ। ਲਿਬਰਲ ਪਾਰਟੀ ਦੇ ਉਮੀਦਵਾਰ ਮੱਧ ਵਰਗੀ ਕਲਾਸ ਲਈ ਕੰਮ ਕਰਨ, ਬੇਰੁਜ਼ਗਾਰੀ ਘਟਾਉਣ ਤੇ ਇਮੀਗ੍ਰੇਸ਼ਨ ਜਾਰੀ ਰੱਖਣ ਵਰਗੇ ਵਾਅਦੇ ਕਰਕੇ ਮੈਦਾਨ ਵਿੱਚ ਹਨ। ਕੈਨੇਡੀਅਨਸ ਇਹਨਾਂ ਨਾਲ ਸਹਿਮਤ ਹਨ ਜਾਂ ਨਹੀਂ ਇਹ ਤਾਂ ਨਤੀਜੇ ਹੀ ਦੱਸਣਗੇ। ਸਮਾਂ ਹੋਇਆ ਇੱਥੇ ਇੱਕ ਨਿੱਕੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਮੁੜ ਤੋਂ ਸਵਾਗਤ ਹੈ। ਟੋਬੀਕੌਨ ਨਾਰਥ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੈਂਕੜੇ ਸਮਰਥਕ ਹਾਜ਼ਰ ਸਨ ਜਿਨ੍ਹਾਂ ਇਸ ਵਾਰ ਪਾਰਟੀ ਦੀ ਜਿੱਤ ਨੂੰ ਯਕੀਨੀ ਦੱਸਿਆ ਹੈ। ਫੈਡਰਲ ਚੋਣਾਂ ਦਾ ਰੰਗ ਹੁਣ ਕੈਨੇਡਾ ਦੀ ਹਰ ਰਾਈਡਿੰਗ ਵਿੱਚ ਦਿਸਣ ਲੱਗਿਆ ਹੈ। ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਦਫ਼ਤਰਾਂ ਦਾ ਉਦਘਾਟਨ ਕਰਕੇ ਚੋਣ ਮੁਹਿੰਮ ਭਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਕੰਜ਼ਰਵੇਟਿਵ ਪਾਰਟੀ ਦੇ ਟੋਬੀਕੌਨ ਨਾਰਥ ਤੋਂ ਉਮੀਦਵਾਰ ਸਰਬਜੀਤ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ। ਸਰਬਜੀਤ ਕੌਰ ਅਤੇ ਬ੍ਰਾਂਪਟਨ ਸਾਊਥ ਤੋਂ ਉਮੀਦਵਾਰ ਰਮਨਦੀਪ ਸਿੰਘ ਬਰਾੜ ਨੇ ਲਿਬਰਲ ਸਰਕਾਰ ਨੂੰ ਫੇਲ ਕਰਾਰ ਦਿੱਤਾ। ਦੇਖੋ ਜੀ, ਜਿਹੜੀ ਲਿਬਰਲ ਸਰਕਾਰ ਆ ਉਹਨਾਂ ਨੇ ਮਿਸਮੈਨੇਜਮੈਂਟ ਜਿਹੜੀ ਕੀਤੀ ਆ ਤੇ ਜਿਹੜਾ ਆਪਣਾ ਉਹ ਮਨੀ ਸਾਡਾ ਟੈਕਸ ਪੇਅਰਸ ਦਾ ਜਿਹੜਾ ਮਨੀ ਆ ਉਹ ਜਿਸ ਤਰ੍ਹਾਂ ਉਹਦੀ ਵੇਸਟੇਜ ਕਰ ਰਹੇ ਆ ਉਹਦੇ ਤੋਂ ਲੋਕਾਂ ਦੇ ਵਿੱਚ ਬਹੁਤ ਰੋਸ ਪਾਇਆ ਜਾਂਦਾ ਵਾ। ਈਵਨ ਕਿ ਹੁਣ ਆਪਣੀ ਬਾਹਰ ਓਪਨਿੰਗ ਦੇ ਦੌਰਾਨ ਵੀ ਲੋਕ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਬੜੇ ਕੰਸਰਨ ਜਿਹੜੇ ਉਹ ਸ਼ੇਅਰ ਕੀਤੇ ਨੇ ਤੇ ਮੈਨੂੰ ਤੇ ਲੱਗਦਾ ਵਾ ਵੀ ਆਪਾਂ ਉਸ ਚੀਜ਼ ਵਾਸਤੇ ਲੋਕਾਂ ਨੂੰ ਜਿਹੜੇ ਉਹ ਬਹੁਤ ਪਰੇਸ਼ਾਨ ਨੇ ਤੇ ਉਹਨੂੰ ਹਟਾ ਕੇ ਲੋਕ ਜ਼ਰੂਰ ਚਾਹੁੰਦੇ ਨੇ ਕਿ ਚੰਗੀ ਗਵਰਨਮੈਂਟ ਆਵੇ ਜਿਹੜੀ ਲੋਕਾਂ ਨੂੰ ਸੈਕੰਡ ਦਰਜੇ ਦੇ ਸਿਟੀਜ਼ਨ ਨਾ ਸਮਝ ਕੇ ਉਹਨਾਂ ਨੂੰ ਪਹਿਲੇ ਨੰਬਰ ਦੇ
ਸਿਟੀਜ਼ਨ ਸਮਝ ਕੇ ਜਿਹੜਾ ਉਹ ਦੂਜਾ ਪੈਸਾ ਵੇਸਟ ਕਰ ਰਹੇ ਨੇ ਉਹ ਉਹਨਾਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਲਾਇਆ ਜਾ ਸਕੇ। ਆਫਿਸ ਓਪਨਿੰਗ ਮੌਕੇ ਕੰਜ਼ਰਵੇਟਿਵ ਪਾਰਟੀ ਦੇ ਚੋਣ ਵਾਅਦੇ ਵੀ ਸਭ ਅੱਗੇ ਰੱਖੇ ਗਏ ਤੇ ਦਾਅਵਾ ਕੀਤਾ ਗਿਆ ਕਿ ਸਰਕਾਰ ਬਣਦਿਆਂ ਹੀ ਟੈਕਸ ਘਟਾ ਕੇ ਲੋਕਾਂ ਦੀ ਜੇਬ ਵਿੱਚ ਵੱਧ ਪੈਸਾ ਪਾਇਆ ਜਾਵੇਗਾ। ਕਾਰਬਨ ਟੈਕਸ ਜਿਹੜਾ ਉਹ ਹਟਾਇਆ ਜਾਊਗਾ, ਹੋਮ ਹੀਟਿੰਗ ਦੇ ਉੱਤੇ ਜਿਹੜੀ ਆਪਾਂ HST GST ਦੇਨੇ ਆ ਉਹ ਹਟਾਈ ਜਾਊਗੀ ਤੇ ਉਸ ਤੋਂ ਬਾਅਦ ਜਿਹੜੀ ਕੰਜ਼ਰਵੇਟਿਵ ਗਵਰਨਮੈਂਟ ਆ ਹੈਲਥ ਕੇਅਰ ਦੇ ਵਾਸਤੇ ਤੇ ਸੋਸ਼ਲ ਸਰਵਿਸਿਜ਼ ਦੇ ਵਾਸਤੇ ਜੋ ਕੁਝ ਅੱਗੇ ਫੰਡਿੰਗ ਮਿਲਦੀ ਹੈ ਫੈਡਰਲ ਗਵਰਨਮੈਂਟ ਕੋਲੋਂ ਹਰ ਪ੍ਰੋਵਿੰਸ ਨੂੰ 3% ਜਿਹੜੀ ਉਹ ਹਰ ਈਅਰ ਤੇ ਉਸ ਤੋਂ ਵੀ ਜ਼ਿਆਦਾ ਜਿਹੜੀ ਉਹ ਫੰਡਿੰਗ ਦੇਣਗੇ। ਘੱਟ ਟੈਕਸਸ ਲੋਕਾਂ ਦੀ ਜੇਬ 'ਚ ਵੱਧ ਪੈਸਾ ਘੱਲਣਾ, ਇਸ ਤਰ੍ਹਾਂ ਦੀਆਂ ਪਾਲਿਸੀਜ਼ ਫੋਰਨ ਜਿੰਨੀਆਂ ਵੀ ਫੋਰਨ ਕੰਟਰੀਜ਼ ਹੈ ਉਹਨਾਂ ਨਾਲ ਰਾਬਤਾ ਬਣਾ ਕੇ ਰੱਖਣਾ, ਉਹਨਾਂ ਨਾਲ ਗੁੱਡ ਰਿਲੇਸ਼ਨਸ ਰੱਖਣੇ ਤਾਂ ਕਿ ਤੁਹਾਡਾ ਬਿਜ਼ਨਸ ਪ੍ਰਮੋਟ ਹੋ ਸਕੇ। ਕੰਜ਼ਰਵੇਟਿਵ ਪਾਰਟੀ ਦੇ ਹੋਰ ਵੀ ਕਈ ਸਮਰਥਕ ਇਸ ਮੌਕੇ ਹਾਜ਼ਰ ਸਨ ਜਿਨ੍ਹਾਂ ਇਹਨਾਂ ਪੱਲਾਂ ਨੂੰ ਬੇਹੱਦ ਖਾਸ ਦੱਸਿਆ ਤੇ ਸਰਬਜੀਤ ਕੌਰ ਦੀ ਜਿੱਤ ਦੀ ਕਾਮਨਾ ਕੀਤੀ ਤੇ ਭਵਿੱਖੀ ਸਰਕਾਰ ਤੋਂ ਆਸਾਂ ਦਾ ਵੇਰਵਾ ਵੀ ਸਭ ਨੂੰ ਦਿੱਤਾ। We have a lot of people coming from India, in fact the whole of Southeast Asia. It's like we have so many needs of being able to integrate into the community as well as having our needs met. And I believe that when you move into this environment, it's like a fearful thing because it's like a big clash. But when you have somebody like Sarbajit who's here to help and be the voice for her people, it makes a very, very big difference. ਕੈਨੇਡਾ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਦੇ ਲੀਡਰ ਆਪੋ ਆਪਣਾ ਏਜੰਡਾ ਲੋਕਾਂ ਅੱਗੇ ਰੱਖ ਰਹੇ ਹਨ ਪਰ ਲੋਕ ਕਿਸ ਦੇ ਨਾਲ ਸਹਿਮਤ ਹਨ ਇਹ ਨਤੀਜਿਆਂ ਤੋਂ ਹੀ ਪਤਾ ਲੱਗੇਗਾ। ਕੰਜ਼ਰਵੇਟਿਵ ਪਾਰਟੀ ਦੀ MPP ਨੀਨਾ ਟਾਂਗਰੀ ਵੱਲੋਂ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਜਿੱਥੇ ਸੈਂਕੜੇ ਸਮਰਥਕਾਂ ਤੋਂ ਇਲਾਵਾ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਪਹੁੰਚੇ ਜਿਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਸਿਆਸਤਦਾਨ ਆਪਣੀ ਰਾਈਡਿੰਗ ਦੇ ਲੋਕਾਂ ਦੇ ਨਾਲ ਰਾਬਤਾ ਬਣਾਉਣ ਲਈ ਅਤੇ ਸਪੋਰਟਰਾਂ ਦਾ ਧੰਨਵਾਦ ਕਰਨ ਲਈ ਕਈ ਸਮਾਗਮ ਉਲੀਕਦੇ ਰਹਿੰਦੇ ਹਨ। ਮਿਸਿਸਾਗਾ ਸਟਰੀਟਸਵਿਲੇ ਤੋਂ ਕੰਜ਼ਰਵੇਟਿਵ ਪਾਰਟੀ ਦੀ MPP ਨੀਨਾ ਟਾਂਗਰੀ ਵੱਲੋਂ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਹਾਜ਼ਰੀ ਭਰੀ ਗਈ ਜਿਨ੍ਹਾਂ ਸਰਕਾਰ ਦੀਆਂ 1 ਸਾਲ ਦੀਆਂ ਪ੍ਰਾਪਤੀਆਂ ਗਿਣਵਾਈਆਂ ਤੇ 20 ਬੱਚਿਆਂ ਨੂੰ ਸਕਾਲਰਸ਼ਿਪ ਦੇਣ ਤੇ ਵੀ ਸ਼ਲਾਘਾ ਕੀਤੀ। It's a wonderful day here at Streetsville Memorial Park where I'm hosting my annual barbecue and what we have here today, we have a lot of community organizations that have come here to teach basic CPR. We have how to administer naloxone. We have the Dam, which is a drop-in center for youth, and much more. Face painting for the kids, and we're also awaiting our premier, who's going to join us to give out our Life Science Ontario scholarship programs. And support Mississauga and my great MPP, Nina Tangri. She's an absolute all-star. I always say she's our best salesperson. She's out there promoting Ontario, attracting new companies into Mississauga, and just handed out 20 scholarships, and those scholarships are going to change young people's lives, and it wouldn't have happened without Nina's leadership. ਸਮਾਗਮ ਵਿੱਚ ਅਹਿਮ ਸ਼ਖਸੀਅਤਾਂ ਕੰਜ਼ਰਵੇਟਿਵ ਪਾਰਟੀ ਦੇ MPPs ਨੇ ਸ਼ਮੂਲੀਅਤ ਕੀਤੀ। ਨੀਨਾ ਟਾਂਗਰੀ ਫੈਮਿਲੀ ਦੇ ਕਾਰਜ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਇਹ ਪਰਿਵਾਰ ਇਸ ਇਲਾਕੇ ਵਿੱਚ ਬਹੁਤ ਲੋਕਪ੍ਰਿਯ ਹੈ ਜਿਸ ਦਾ ਸਬੂਤ ਇਕੱਠ ਤੋਂ ਲਗਾਇਆ ਜਾ ਸਕਦਾ ਹੈ। ਅੱਜ ਸਾਡੇ ਜਿਹੜੇ MPP ਹੈਗੇ ਆ ਮਿਸਿਸਾਗਾ ਸਟੇਟਸਵਿਲ ਤੋਂ ਨੀਨਾ ਟਾਂਗਰੀ ਜੋ ਆਪਣਾ ਐਨੂਅਲ ਜਿਹੜਾ ਬਾਰਬੀਕਿਊ ਜਿਹੜਾ ਉਹਨਾਂ ਦਾ ਉਹ ਕਰ ਰਹੇ ਆ ਜੀ ਤੇ ਅੱਜ ਇੱਥੇ ਲੋਕਾਂ ਦੀ ਜਿਹੜੀ ਹਾਜ਼ਰੀ ਦੱਸਦੀ ਆ ਕਿ ਨੀਨਾ ਟਾਂਗਰੀ ਜੀ ਕਿੰਨੇ ਇੱਥੇ ਰਿਸਪੈਕਟਡ ਹੈ। ਟਾਂਗਰੀ ਫੈਮਿਲੀ ਜਿਹੜੀ ਆ ਮਿਸਿਸਾਗਾ ਦੇ ਵਿੱਚ ਕਾਫੀ ਦੇਰ ਤੋਂ ਜਿਹੜੇ ਕਹਿ ਲਓ ਕਿ ਕੰਮ ਕਰ ਰਹੇ ਆ ਤੇ ਉਹਨਾਂ ਦਾ ਇਲੈਕਟ ਹੋਣ ਦਾ ਜਿਹੜਾ ਕਾਰਨ ਜਿਹੜੇ ਲੋਕ ਸਾਰੇ ਇੱਥੇ ਆਏ ਆ। ਜਿਹੜਾ ਸਕਾਲਰਸ਼ਿਪ ਪ੍ਰੋਗਰਾਮ ਹੈ ਨੀਨਾ ਜੀ ਨੇ ਇਹ 6 ਮਹੀਨੇ ਦੀ ਗੱਲ ਆ ਇਹਦਾ ਪ੍ਰੋਪਰ ਇਨਸੈਂਟਿਵ ਲਿਆ ਤੇ ਈਵਨ ਵਿਦਆਊਟ ਪੇਇੰਗ ਐਨੀ ਟੈਕਸ ਪੇਅਰਸ ਮਨੀ ਸਕਾਲਰ ਜਿਹੜੀ ਕੰਪਨੀਆਂ ਕਿ ਨਹੀਂ ਇੰਟੀਰੀਓ 'ਚ ਹੈਗੀਆਂ ਤੇ ਉਹਨਾਂ ਨੇ ਸਪਾਂਸਰਸ਼ਿਪ ਕੀਤਾ ਜਿਹੜੇ ਬੱਚੇ ਸ਼ਾਰਪ ਆ ਅੱਛੇ ਉਹਨਾਂ ਫਿਜ਼ਿਕਸ ਕੈਮਿਸਟਰੀ 'ਚ ਮੈਥ 'ਚ ਅੱਛੇ ਮਾਰਕਸ ਹੈਗੇ ਆ ਉਹਨਾਂ ਨੂੰ ਸਕਾਲਰਸ਼ਿਪ ਲੈਣ ਦੇ ਕੇ। Well, I must say I'm very pleased to be here today supporting Nina. She's doing a good job and as MPP for the area, and it's great to get together with everybody, all the friends and family. ਇਹੋ ਟਾਈਮ ਹੁੰਦਾ ਕਿ ਜਿਹੜੀ ਤੁਹਾਡੀ ਕੋਈ ਕੰਪਲੇਂਟ ਆ ਅੰਟਾਰੀਓ ਦੇ ਵਿੱਚ ਅਸੀਂ ਆਪਣੀ ਕੰਪਲੇਂਟ ਇੱਥੇ ਦੱਸ ਸਕਦੇ ਹਾਂ ਕਿਉਂਕਿ ਡਗ ਫੋਰਡ ਵੀ ਆ ਰਿਹਾ ਆ ਉਹਨਾਂ ਨੂੰ ਵੀ ਆਪਾਂ ਕੰਪਲੇਂਟ ਆਪਣੀ ਦੱਸ ਸਕਦੇ ਹਾਂ ਆਪਣੇ ਏਰੀਏ ਦੀ ਆਪਣੇ ਇਲਾਕੇ ਦੀ ਆਪਣੇ ਸਕੂਲਾਂ ਦੀਆਂ। ਬਾਹਲਾ ਟਾਈਮ ਨਹੀਂ ਲੈਂਦਾ ਮੈਂ ਸਭ ਤੋਂ ਬਹੁਤ ਮੁਬਾਰਕਬਾਦ ਦਿੰਦਾ। ਸਿਆਸਤਦਾਨਾਂ ਨੂੰ ਅਜਿਹੇ ਸਮਾਗਮ ਕਰਵਾ ਕਮਿਊਨਿਟੀ ਦੇ ਨਾਲ ਗੈਟ ਟੂਗੇਦਰ ਕਰਨੀ ਚਾਹੀਦੀ ਹੈ ਜਿਸ ਨਾਲ ਉਹ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਸਭ ਨੂੰ ਦੱਸਦੇ ਹਨ ਤਾਂ ਉੱਥੇ ਹੀ ਲੋਕਾਂ ਦੀਆਂ ਸਮੱਸਿਆਵਾਂ ਵੀ ਜਾਣ ਸਕਦੇ ਹਨ। ਰੁਕਣਾ ਪਏਗਾ ਇੱਕ ਵਾਰ ਫਿਰ ਇੱਥੇ ਇੱਕ ਨਿੱਕੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵੀ ਸਰਗਰਮੀਆਂ ਦਾ ਸਿਲਸਿਲਾ ਜਾਰੀ ਰਹੇਗਾ।
ਆਫਟਰ ਦ ਬ੍ਰੇਕ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਕੈਨੇਡਾ ਕਨੈਕਸ਼ਨ। ਡੈਸਜਾਰਡਨਸ ਫਾਈਨੈਂਸ਼ੀਅਲ ਗਰੁੱਪ ਵੱਲੋਂ ਵਾਕ ਫॉर ਅ ਕਾਜ਼ 2019 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਚੈਰਿਟੀ ਵਾਕ ਤੋਂ ਇਕੱਤਰ ਹੋਈ ਰਾਸ਼ੀ ਵਿਲੀਅਮ ਔਸਲਰ ਹਸਪਤਾਲ ਨੂੰ ਦਾਨ ਵਿੱਚ ਦਿੱਤੀ ਜਾਵੇਗੀ। ਕਮਿਊਨਿਟੀ ਵੱਲੋਂ ਕੈਨੇਡਾ ਵਿੱਚ ਮਿਹਨਤ ਸਦਕਾ ਜਿੱਥੇ ਵੱਡੇ ਮੁਕਾਮ ਹਾਸਲ ਕੀਤੇ ਜਾਂਦੇ ਹਨ, ਤਾਂ ਉੱਥੇ ਹੀ ਵੱਖ-ਵੱਖ ਪਲੇਟਫਾਰਮਾਂ ਤੇ ਫੰਡ ਰੇਜ਼ ਕਰਕੇ ਲੋਕ ਭਲਾਈ ਲਈ ਯੋਗਦਾਨ ਵੀ ਪਾਇਆ ਜਾਂਦਾ ਹੈ। ਡੈਸਜਾਰਡਨਸ ਫਾਈਨੈਂਸ਼ੀਅਲ ਗਰੁੱਪ ਵੱਲੋਂ ਚੈਰਿਟੀ ਵਾਕ ਫॉर ਅ ਕਾਜ਼ 2019 ਅਤੇ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ, ਜਿੱਥੇ ਇਕੱਤਰ ਹੋਇਆ ਪੈਸਾ ਹੈਲਥ केयर ਅਤੇ ਵਿਲੀਅम ਔਸਲਰ ਹਸਪਤਾਲ ਨੂੰ ਦਿੱਤਾ ਜਾਵੇਗਾ। ये एक कम्युनिटी इवेंट है, हम कोशिश कर रहे हैं कम्युनिटी को थैंक्स करने के लिए, और आज हम सब इकट्ठे हुए हैं यहाँ पर और मिलकर वॉक करेंगे और फंड रेज करेंगे और इवेंट होगा बारबेक्यू का और बहुत सारी गेम्स होंगे आज। जनरली इस वॉक में अराउंड 60 से 70 लोग शुरुआत करते हैं, बट बाय द दिन के ख़त्म होते तक हम लोग ऑलमोस्ट 400 से 500 लोग एक्सपेक्ट। This is a great organization that they're raising money for our healthcare professionals that are working so hard to making sure our patients are being taken care of. I think this is a great initiative and I think we should all be here to support this foundation. ਇਸ ਵਾਕ ਦੀ ਸ਼ੁਰੂਆਤ ਵਿੱਚ 60 ਤੋਂ 70 ਵਿਅਕਤੀ ਤੇ ਬੱਚੇ ਹਿੱਸਾ ਲੈਂਦੇ ਹਨ ਤੇ ਇਵੈਂਟ ਵਿੱਚ ਤਕਰੀਬਨ 500 ਵਿਅਕਤੀ ਹਿੱਸਾ ਬਣਦੇ ਹਨ। ਬਹੁਤ ਸਾਰੇ ਸਮਾਜ ਸੇਵੀਆਂ ਵੱਲੋਂ ਵੀ ਇਸ ਉਪਰਾਲੇ ਦਾ ਸਮਰਥਨ ਕੀਤਾ ਜਾਂਦਾ ਹੈ। ਇਹ ਡਿਸਜਾਰਡਨ ਫਾਈਨੈਂਸ਼ੀਅਲ ਗਰੁੱਪ ਵੱਲੋਂ ਸਾਡੇ ਜਿਹੜਾ ਇੱਕ ਫਾਈਨੈਂਸ਼ੀਅਲ ਗਰੁੱਪ ਹੈਗਾ, ਉਹਦੇ ਵਿੱਚ ਅਸੀਂ ਹਸਪੀਟਲ ਵਾਸਤੇ ਇਹ ਵਾਕ ਕਰਵਾ ਰਹੇ ਹੈਗੇ ਹਾਂ। It will be helpful not just for me, it will be helpful for all of us and especially for the community because it puts us all together. ਅਜਿਹੇ ਉਪਰਾਲੇ ਬੇਹੱਦ ਹੀ ਸ਼ਲਾਘਾਯੋਗ ਹੈ। ਇਸ ਸਦਕਾ ਜਿੱਥੇ ਕਿ ਲੋਕ ਭਲਾਈ ਲਈ ਸਹਿਯੋਗ ਦਿੱਤਾ ਜਾਂਦਾ ਹੈ, ਉੱਥੇ ਹੀ ਲੋਕਾਂ ਦਾ ਰੁਝਾਨ ਚੈਰਿਟੀ ਵੱਲ ਵੱਧਦਾ ਹੈ। ਸੈਂਡਲਵੁੱਡ ਹਾਈਟ ਸੀਨੀਅਰਸ ਕਲੱਬ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੇ ਗੈਂਗਸ ਤੋਂ ਦੂਰ ਰੱਖਣ ਤੇ ਖੇਡਾਂ ਦੇ ਨਾਲ ਜੋੜਨ ਦੇ ਮਕਸਦ ਦੇ ਨਾਲ ਚਿਲਡਰਨ ਮੇਲਾ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਉਤਸ਼ਾਹ ਦੇ ਨਾਲ ਹਿੱਸਾ ਲਿਆ। ਡਰੱਗਸ ਅਤੇ ਵੱਧ ਰਹੀ ਗੈਂਗ ਹਿੰਸਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਬੱਚਿਆਂ ਨੂੰ ਇਸ ਤੋਂ ਦੂਰ ਰੱਖਣਾ ਬੇਹੱਦ ਜ਼ਰੂਰੀ ਹੈ, ਪਰ ਇਹ ਤਾਂ ਹੀ ਸੰਭਵ ਹੈ ਜੇਕਰ ਬੱਚਿਆਂ ਨੂੰ ਖੇਡਾਂ ਅਤੇ ਹੋਰ ਐਕਟੀਵਿਟੀਜ਼ ਦੇ ਨਾਲ ਜੋੜਿਆ ਜਾਵੇ। ਅਜਿਹਾ ਇੱਕ ਉਪਰਾਲਾ ਕੀਤਾ ਗਿਆ ਹੈ ਸੈਂਡਲਵੁੱਡ ਹਾਈਟਸ ਕਲੱਬ ਵੱਲੋਂ ਚਿਲਡਰਨ ਮੇਲਾ ਕਰਵਾ ਕੇ, ਜਿਸ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਬੱਚਿਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਹਾਂਜੀ, ਸਾਡਾ ਬੱਚਿਆਂ ਨੂੰ ਇਹ ਹੈ ਜੀ, ਬੱਚੇ ਐਥਲੈਟਿਕ ਮੀਟ ਕਰਨ ਤੇ ਬੱਚਿਆਂ ਦੀ ਸਿਹਤ ਵਧੀਆ ਰਹੇ। ਅਸੀਂ ਇਹਨਾਂ ਬਾਰੇ ਚਾਹੁੰਦੇ ਹਾਂ ਕਿ ਛੋਟੇ ਬੱਚੇ ਜੇ ਹੁਣ ਤੋਂ ਹੀ ਇਹੋ ਜਿਹੀਆਂ ਗੇਮਾਂ ਦੇ ਵਿੱਚ ਪੈਣਗੇ, ਤਦ ਹੀ ਵੱਡੇ ਹੋ ਕੇ ਆਪਦਾ ਜੀਵਨ ਦੇ ਵਿੱਚ ਹੋਰ ਵਧੀਆ ਗੇਮਾਂ ਖੇਡ ਸਕਣਗੇ। ਸਾਡਾ ਮਨੋਰਥ ਇਹੀ ਆ ਵੀ ਬੱਚੇ ਵੱਧ ਤੋਂ ਵੱਧ ਐਥਲੈਟਿਕ ਮੀਟ ਦੇ ਵਿੱਚ ਆਪਦਾ ਹਿੱਸਾ ਲੈਣ। ਇੱਥੇ ਜ਼ਿਆਦਾਤਰ ਤਾਂ ਛੋਟੇ ਬੱਚਿਆਂ ਦੀਆਂ ਰੇਸ ਆ, ਵੀ ਰੇਸ ਥੋੜ੍ਹੀ 100 ਮੀਟਰ 200 ਮੀਟਰ 300 ਮੀਟਰ 500 ਮੀਟਰ ਤੱਕ ਬੱਚਿਆਂ ਦੀ ਰੇਸ ਆ। ਪਹਿਲਾਂ 0 ਤੋਂ ਲੈ ਕੇ 5 ਸਾਲ 5 ਸਾਲ ਤੋਂ ਲੈ ਕੇ 10 ਸਾਲ 10 ਸਾਲ ਤੋਂ ਲੈ ਕੇ 15 ਸਾਲ ਤੱਕ ਬੱਚਿਆਂ ਦੀਆਂ ਗੇਮਾਂ ਹੋ ਰਹੀਆਂ ਨੇ। ਅਤੇ ਅੱਜ ਜਿਹੜੀਆਂ ਈਵੈਂਟਸ ਕਰਾ ਰਹੀਆਂ ਆਪਾਂ ਰੱਸਾ ਖਿੱਚਣਾ ਅਤੇ ਆਪਣੇ ਫੇਸ ਪੇਂਟਿੰਗ ਹੋ ਗਈ, ਅਤੇ ਉਹ ਤੋਂ ਬਾਅਦ ਕਹਿ ਸਕਦੇ ਹਾਂ ਆਪਾਂ ਵਾਲੀਬਾਲ ਦੀਆਂ ਗੇਮਾਂ, ਹੋਰ ਜਿਹੜੀਆਂ ਗੇਮਾਂ ਹੈਗੀਆਂ ਈਵੈਂਟਸ ਹੈਗੀਆਂ, ਇਹ ਸਾਰਿਆਂ ਦੇ ਵਿੱਚ ਬੱਚਿਆਂ ਨੂੰ ਆਪਣੇ ਆਪ ਐਕਸਪਲੋਰ ਹੋਊਗੇ, ਆਪਣੇ ਆਪ ਡਿਵੈਲਪ ਹੋਊਗੇ ਅਤੇ ਉਹਨਾਂ ਨੂੰ ਪਤਾ ਲੱਗੂਗਾ ਵੀ ਅਸੀਂ ਬਾਹਰ ਦੀ ਧਰਤੀ ਜਾਂਦੇ ਹਾਂ ਜਾਂ ਬਾਹਰ ਦਾ ਸਾਡੇ ਵਿੱਚ ਬੱਚੇ ਆਉਂਦੇ ਆ, ਇੱਕ ਦੂਜੇ ਨਾਲ ਕਿੱਦਾਂ ਮਿਕਸਅਪ ਹੋਊਗੇ, ਇੱਕ ਦੂਜੇ ਕਲਚਰ ਸਿੱਖੂਗੇ। ਇਸ ਚਿਲਡਰਨ ਮੇਲੇ ਵਿੱਚ ਰੱਸਾਕੱਸੀ, ਵਾਲੀਬਾਲ, ਫੇਸ ਪੇਂਟਿੰਗ ਤੋਂ ਇਲਾਵਾ ਨਾਟਕ ਡਰਾਮਾ ਵੀ ਕਰਵਾਇਆ ਗਿਆ ਤੇ ਵੋਲੰਟੀਅਰਸ ਵੱਲੋਂ तमाम ਇਵੈਂਟ ਆਰਗੇਨਾਈਜ਼ ਕੀਤੇ ਗਏ। ਨੌਜਵਾਨਾਂ ਵੱਲੋਂ ਵੀ ਇਸ ਉਪਰਾਲੇ ਨੂੰ ਬੇहद ਖਾਸ ਦੱਸਿਆ ਗਿਆ। ਉਹਨਾਂ ਆਖਿਆ ਕਿ ਇਸ ਸਦਕਾ ਬੱਚਿਆਂ ਦਾ ਵਿਕਾਸ ਹੁੰਦਾ ਹੈ ਤੇ ਉਹ ਨਵੇਂ ਦੋਸਤ ਬਣਾਉਂਦੇ ਹਨ। ਇਹਦੇ ਵਿੱਚ ਕਾਫੀ ਕੁਝ ਹੋਇਆ, ਇਹਦੇ ਵਿੱਚ ਜਿੱਦਾਂ ਨਾਟਕ ਡਰਾਮਾ ਵੀ ਖੇਡਿਆ ਜਾਣਾ, ਹੋਰ ਵੀ ਕਾਫੀ ਬੱਚਿਆਂ ਦੀਆਂ ਗੇਮਾਂ ਹੈਗੀਆਂ ਅਤੇ ਰੱਸੇ ਦੀ ਜਿਹੜੀ ਗੇਮ ਆ ਉਹ ਵੀ ਹੋਣੀ ਆ, ਬਜ਼ੁਰਗਾਂ ਦੀਆਂ ਵੀ ਹੋਣੀਆਂ ਹੈਗੀਆਂ, ਹੋ ਸਕਦਾ ਬੀਬੀਆਂ ਦੀਆਂ ਵੀ ਹੋਣ ਜੇ ਬੀਬੀਆਂ ਚਾਹਣਗੀਆਂ, ਅਤੇ ਸਾਰਿਆਂ ਦੇ ਜਿੱਦਾਂ ਮਨੋਰੰਜਨ ਪੂਰੇ ਕਰਨੇ ਹੈਗੇ। ਬਾਕੀ ਅਮਰੀਕਾ ਤੋਂ ਵੀ ਇਹਦੇ ਵਿੱਚ ਟੀਮਾਂ ਸ਼ਾਮਲ ਆ ਅਤੇ ਇੱਥੋਂ ਵੀ ਸ਼ਾਮਲ ਆ, ਅਤੇ ਅਸੀਂ ਇਹ ਬੱਚਿਆਂ ਲਈ ਕਰ ਰਹੇ ਹਾਂ ਕਿਉਂਕਿ ਬੱਚੇ ਡਰੱਗ ਤੋਂ ਰਹਿ ਸਕਣ। ਪੂਰੇ ਸਮਰ ਦੇ ਵਿੱਚ ਅਸੀਂ ਡਿਫਰੈਂਟ ਪਾਰਕਸ ਦੇ ਵਿੱਚ ਇਵੈਂਟ ਆਰਗੇਨਾਈਜ਼ ਕਰਨੇ ਆ ਤਾਂ ਕਿ ਬੱਚਿਆਂ ਨੂੰ ਕੁਝ ਮੌਕਾ ਦਿੱਤਾ ਜਾਏ ਘਰੋਂ ਬਾਹਰ ਨਿਕਲ ਕੇ ਅਤੇ ਅੱਛੀ ਹੈਲਦੀ ਐਕਟੀਵਿਟੀਜ਼ ਕਰਨ, ਬਜਾਏ ਕਿ ਵੀਡੀਓ ਗੇਮਸ ਦੇ ਵਿੱਚ ਖੇਡਦੇ ਰਹਿਣ। I think this is very important for our community because it brings out the kids. Not only they get to do exercise, enjoy the weather, but also, make new friends. These guys are from the States, a lot of them, and it's just a way to engage the kids and also the older community. I love doing this. I love little kids. I love reaching out to them and just playing with them and getting to know them and letting them feel like they're loved. This event's really important because it helps kind of bring the community together. We as a community, we're always so busy with our lives, with our work and everything. So I think this is really important. It just helps bring us get to know each other better, ਬੱਚਿਆਂ ਨੂੰ ਘਰਾਂ ਵਿੱਚੋਂ ਬਾਹਰ ਕੱਢ ਖੇਡਾਂ ਅਤੇ ਸਮਾਜ ਦੇ ਨਾਲ ਜੋੜਨ ਲਈ ਅਜਿਹੇ ਉਪਰਾਲੇ ਬੇहद ਸਹਾਈ ਸਿੱਧ ਹੁੰਦੇ ਹਨ। ਇਸ ਸਦਕਾ
ਉਹ ਹਰ ਪੱਖ ਤੋਂ ਡਿਵੈਲਪ ਹੁੰਦੇ ਹਨ ਤੇ ਬੁਰੀਆਂ ਆਦਤਾਂ ਤੋਂ ਦੂਰ ਰਹਿੰਦੇ ਹਨ। ਬ੍ਰੈਂਪਟਨ ਸੀਨੀਅਰਸ ਵੂਮਨ ਕਲੱਬ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਵਿੱਚ ਮੁਟਿਆਰਾਂ ਨੇ ਸੱਜ-ਧੱਜ ਕੇ ਹਿੱਸਾ ਲਿਆ। ਇਸ ਮੇਲੇ ਨੇ ਸੱਚਮੁੱਚ ਹੀ ਪੰਜਾਬ ਦੇ ਮੇਲੇ ਸਭ ਨੂੰ ਚੇਤੇ ਕਰਵਾ ਦਿੱਤੇ। ਕੈਨੇਡਾ ਵਿੱਚ ਕਈ ਸੀਨੀਅਰਸ ਕਲੱਬ ਹਨ ਜਿਨ੍ਹਾਂ ਵੱਲੋਂ ਸਮੇਂ-ਸਮੇਂ ਤੇ ਕਈ ਸਮਾਗਮ ਉਲੀਕੇ ਜਾਂਦੇ ਹਨ, ਪਰ ਬਜ਼ੁਰਗ ਬੀਬੀਆਂ ਲਈ ਸਭ ਤੋਂ ਖਾਸ ਹੁੰਦਾ ਹੈ ਬ੍ਰੈਂਪਟਨ ਵੂਮਨ ਸੀਨੀਅਰਸ ਕਲੱਬ ਦਾ ਤੀਆਂ ਦਾ ਮੇਲਾ। ਇਸ ਸਾਲ ਵੀ ਪ੍ਰੋਗਰਾਮ ਦੀਆਂ ਰੌਣਕਾਂ ਪੰਜਾਬ ਦੇ ਕਿਸੇ ਵੀ ਮੇਲੇ ਤੋਂ ਘੱਟ ਨਹੀਂ ਸਨ। ਅਮਰੀਕਨ ਫਰੈਂਡਸ਼ਿਪ ਪਾਰਕ ਵਿੱਚ ਲੱਗੇ ਇਸ ਮੇਲੇ ਦੌਰਾਨ ਬਜ਼ੁਰਗ ਔਰਤਾਂ ਅਤੇ ਮੁਟਿਆਰਾਂ ਸੱਜ-ਧੱਜ ਕੇ ਪਹੁੰਚੀਆਂ, ਜਿਨ੍ਹਾਂ ਸਵਾਦਿਸ਼ਟ ਖਾਣਿਆਂ ਦਾ ਆਨੰਦ ਮਾਣਿਆ ਤੇ ਉੱਥੇ ਹੀ ਖੂਬ ਸਾਰੀ ਖਰੀਦਾਰੀ ਵੀ ਕੀਤੀ। ਪ੍ਰਬੰਧਕਾਂ ਦੇ ਨਾਲ-ਨਾਲ ਹਰ ਮਿਲਣ ਬੇहद ਖੁਸ਼ ਦਿਖਾਈ ਦਿੱਤੀ। हाँ जी, ये ब्रैम्पटन वूमेन सीनियर क्लब वालों इवेंट कराया और एवरी ईयर इसे करवाने हैं। तीयां दा मेला इनू कह दिंने हैं और हरेक साल ही असीं ये मेला करवाने हैं और सारे इकट्ठे हो गए 150-200 आई थिंक कई बार 400 500 लेडीज़ की भी गैदरिंग इत्थे हो जाती है। मैं तुहानूं एक गल दसदी हां कि पंजाब दे विच ये चीज़ां हुण बहुत घट चुकीआं, लेकिन ਇੱਥੇ ਜਿਹੜਾ ਹੈਗਾ ਇੱਥੇ ਜਿਹੜਾ ਆਪਣਾ ਸੱਭਿਆਚਾਰ ਹੈਗਾ ਆਪਣਾ ਵਿਰਸਾ ਹੈਗਾ ਬਹੁਤ ਜ਼ਿਆਦਾ ਫੈਲ ਰਿਹਾ। ਅਸੀਂ ਸਾਰੀਆਂ ਕਲੱਬ ਦੀਆਂ ਮੈਂਬਰਸ ਔਰ ਉਸ ਤੋਂ ਇਲਾਵਾ ਵੀ ਆਸ-ਪਾਸ ਦੀਆਂ ਜਿੰਨੀਆਂ ਵੀ ਭੈਣਾਂ ਨੇ ਸਾਰੀਆਂ ਅਸੀਂ ਰਲ ਮਿਲ ਕੇ ਇਹ ਪ੍ਰੋਗਰਾਮ ਕਰ ਰਹੇ ਹਾਂ। ਫਰਕ ਤਾਂ ਜ਼ਰੂਰ ਹੈਗਾ ਕਿਉਂਕਿ ਉਹ ਜਿਹੜਾ ਪੁਰਾਣਾ ਵਿਰਸਾ ਸਾਡਾ ਉਹਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਸੀ ਕਿ ਜੋ ਲੜਕੀਆਂ ਆਪਣੇ ਸਹੁਰੇ ਘਰ ਵੀ ਗਈਆਂ ਹੁੰਦੀਆਂ ਸੀ ਉਹ ਪੇਕੇ ਘਰ ਆਉਂਦੀਆਂ ਸੀ, ਉਹ ਸਾਰੇ ਮਿਲ ਕੇ ਤੀਆਂ ਦਾ ਮੇਲਾ ਮਨਾਉਂਦੇ ਸੀ। ਤੇ ਇੱਥੇ ਥੋੜਾ ਜਿਹਾ ਡਿਫਰੈਂਟ ਆ, ਇੱਥੇ ਅਸੀਂ ਕਲੱਬਾਂ ਬਣਾਈਆਂ ਹੋਈਆਂ ਨੇ, ਜਿਸ ਤਰ੍ਹਾਂ ਹਰ ਕਲੱਬ ਦੇ ਵਿੱਚ ਹਰ ਪਾਰਕ ਦੇ ਵਿੱਚ ਇਕੱਠੀਆਂ ਹੁੰਦੀਆਂ ਅਸੀਂ ਭੈਣਾਂ ਸਾਰੀਆਂ, ਤੇ ਉੱਥੇ ਅਸੀਂ ਬੈਠ ਕੇ ਗੀਤ ਵੀ ਗਾਉਂਦੇ ਆ ਔਰ ਤੀਆਂ ਦਾ ਮੇਲਾ ਵੀ ਗਿੱਧਾ ਵੀ ਪਾਉਂਦੇ ਆ। ਕੈਨੇਡਾ ਵਿੱਚ ਬਜ਼ੁਰਗਾਂ ਦੇ ਕਈ ਕਲੱਬ ਹਨ, ਤਾਂ ਫਿਰ ਵਿਮਨ ਨੂੰ ਵੱਖਰਾ ਕਲੱਬ ਬਣਾਉਣ ਦੀ ਕੀ ਜ਼ਰੂਰਤ ਸੀ? ਇਸ ਬਾਰੇ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਕੈਨੇਡਾ ਵਿੱਚ ਸਭ ਬਰਾਬਰ ਹਨ ਤੇ ਇਸ ਦਾ ਸਬੂਤ ਇਹ ਵਿਮਨ ਕਲੱਬ ਹੈ। ਪਹਿਲਾਂ ਬੀਬੀਆਂ ਸਾਡੇ ਨਾਲ ਹੀ ਸਾਰੀਆਂ ਇਕੱਠੀਆਂ ਹੋ ਕੇ ਜਾਇਆ ਕਰਦੀਆਂ ਸਨ ਤੇ ਉਹਨਾਂ ਨੂੰ ਫਿਰ ਇਹ ਵਿਚਾਰ ਆਇਆ ਕਿ ਅਸੀਂ ਅਲੱਗ ਵੀ ਕੁਛ ਨਾ ਕੁਛ ਕੈਨੇਡਾ 'ਚ ਆ ਕੇ ਬੰਦਿਆਂ ਦੇ ਬਰਾਬਰ ਹਾਂ, ਅਸੀਂ ਵੀ ਕੁਛ ਕਰੀਏ। ਤੇ ਇਹਨਾਂ ਨੇ ਸਿਟੀ ਜਾ ਕੇ ਬ੍ਰੈਂਪਟਨ ਵੂਮਨ ਕਲੱਬ ਰਜਿਸਟਰ ਕਰਵਾਈ। ਬ੍ਰੈਂਪਟਨ ਵੂਮਨ ਸੀਨੀਅਰਸ ਕਲੱਬ ਵੱਲੋਂ ਕਰਵਾਇਆ ਗਿਆ ਤੀਆਂ ਦਾ ਮੇਲਾ ਸੱਚਮੁੱਚ ਹੀ ਖਾਸ ਸੀ, ਜਿੱਥੇ ਖੇਡਾਂ ਅਤੇ ਰੰਗਾਰੰਗ ਪ੍ਰੋਗਰਾਮ ਨੇ ਸਭ ਦਾ ਮਨੋਰੰਜਨ ਕੀਤਾ ਤੇ ਨੌਜਵਾਨ ਪੀੜ੍ਹੀ ਨੂੰ ਵਿਰਸੇ ਦੇ ਹੋਰ ਨੇੜੇ ਵੀ ਕੀਤਾ। ਅੱਜ ਦੇ ਪ੍ਰੋਗਰਾਮ ਕੈਨੇਡਾ ਕਨੈਕਸ਼ਨ ਵਿੱਚ ਫਿਲਹਾਲ ਇੰਨਾ ਹੀ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਕੁਝ ਤਾਜ਼ੀਆਂ ਸਰਗਰਮੀਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ। ਧੰਨਵਾਦ।